ਨੈਕਸਟ ਅਸੀਂ ਕੁਛ ਨੂਮੈਰੀਕਲਸ ਦੇਖਦੇ ਹਾਂ ਕਿਰਚੌਫ ਲਾਅ ਦੇ ਉੱਪਰ, ਤਾਂ ਕਿ ਸਾਨੂੰ ਇਹ ਪਤਾ ਚੱਲ ਜਾਏ ਕਿ ਕਿਰਚੌਫ ਲਾਅ ਨੂੰ ਕਿੱਦਾਂ ਅਸੀਂ ਅਪਲਾਈ ਕਰਨਾ ਹੈ ਇਨ ਅਸੀਂ ਕਹੀਏ ਕਿਸੇ ਵੀ ਸਰਕਿਟ ਦੇ ਅੰਦਰ, ਜਾਂ ਕੋਈ ਵੀ ਅਸੀਂ ਕਹੀਏ ਸਾਡੇ ਕੋਲ ਐਕਚੁਅਲ ਪ੍ਰੈਕਟਿਸ ਦੇ ਵਿੱਚ ਕੋਈ ਡਿਵਾਈਸ ਹੈ ਉਹਦੇ 'ਚ ਕਰੰਟ ਅਗਰ ਸਾਨੂੰ ਪਤਾ ਚੱਲ ਜਾਏ, ਜਾਂ ਬੈਟਰੀ ਦਾ ਪੋਜ਼ਿਟਿਵ ਨੈਗੇਟਿਵ ਟਰਮੀਨਲ ਪਤਾ ਚੱਲ ਜਾਏ, ਤਾਂ ਅਸੀਂ ਉਹਨੂੰ ਕਿੱਦਾਂ ਸਿੰਪਲੀਫਾਈ ਕਰਨਾ ਹੈ ਸਰਕਿਟ 'ਚ। ਕਿਉਂਕਿ ਕਰੰਟ ਦੀ ਵੈਲਿਊ ਜੋ ਹੈ ਕਈ ਵਾਰੀ ਅਨਨੋਨ ਹੁੰਦੀ ਹੈ, ਨੋਟ ਡਿਫਾਈਨਡ ਹੈ, ਤਾਂ ਅਸੀਂ ਕਿਸ ਤਰ੍ਹਾਂ ਕਰੰਟ ਕੈਲਕੂਲੇਟ ਕਰ ਸਕਦੇ ਹਾਂ ਅਗਰ ਸਾਨੂੰ ਸੈਲਸ ਦਾ ਪਤਾ ਹੈ, ਰੈਜ਼ਿਸਟੈਂਸਿਸ ਦਾ ਪਤਾ ਹੈ, ਰੈਜ਼ਿਸਟੈਂਸਿਸ ਗਿਵਨ ਹੋਣ ਜਾਂ ਸੈੱਲ ਦੀ ਵੋਲਟੇਜ ਗਿਵਨ ਹੈ, ਦੈਨ ਹਾਊ ਟੂ ਕੈਲਕੂਲੇਟ ਕਰੰਟ ਇਨ ਐਨੀ ਸਰਕਿਟ। ਠੀਕ ਹੈ, ਤਾਂ ਹੁਣ ਅਸੀਂ ਉਹਨਾਂ ਨੂੰ ਅਪਲਾਈ ਕਰਦੇ ਹਾਂ ਕਿਰਚੌਫ ਲਾਅਸ ਨੂੰ। ਪਹਿਲਾ ਨੂਮੈਰੀਕਲ ਕੀ ਹੈ ਸਾਡੇ ਕੋਲ, ਕੋਈ ਵੀ ਇੱਕ ਸਰਕਿਟ ਗਿਵਨ ਹੈ ਜੋ ਅਸੀਂ ਨੀਚੇ ਬਣਾ ਰੱਖਿਆ, ਉਹਦੇ 'ਚ ਇੱਕ EMF ਜਾਂ ਇੱਕ ਜੋ ਬੈਟਰੀ ਹੈ 6 ਵੋਲਟ ਦੀ ਹੈ, ਇਹ ਵਾਲੀ ਬੈਟਰੀ। ਦੂਸਰੀ ਅਸੀਂ ਕਿਹੜੀ ਬੈਟਰੀ ਲਈ ਹੈ, 4 ਵੋਲਟ ਦੀ। R1 ਰੈਜ਼ਿਸਟੈਂਸ ਜਿਹੜੀ ਹੈ 2 ਓਮ ਦੀ ਹੈ, R2 ਰੈਜ਼ਿਸਟੈਂਸ 3 ਓਮ ਦੀ ਗਿਵਨ ਹੈ, R3 ਰੈਜ਼ਿਸਟੈਂਸ 5 ਓਮ ਦੀ ਹੈ। ਇਹ ਸਰਕਿਟ ਤੁਹਾਨੂੰ ਬਣਿਆ ਹੋਇਆ ਮਿਲੇਗਾ। ਤਾਂ ਕੀ ਕਹਿ ਰਿਹਾ, ਫਾਈਂਡ ਕਰੋ ਕਰੰਟ ਕਿੰਨਾ ਫਲੋ ਕਰ ਰਿਹਾ ਸਰਕਿਟ 'ਚ ਥਰੂ ਦੀ ਰੈਜ਼ਿਸਟਰਸ R1 R2 ਐਂਡ R3, ਟੋਟਲ ਕਿੰਨਾ ਕਰੰਟ ਜਿਹੜਾ ਹੈ ਫਲੋ ਕਰੇਗਾ। ਹੁਣ ਉਹਦੇ ਲਈ ਅਸੀਂ ਇਹਦੇ 'ਤੇ ਕੀ ਅਪਲਾਈ ਕਰਨੇ ਹੈ, ਕਿਰਚੌਫ ਲਾਅਸ ਅਪਲਾਈ ਕਰਨੇ ਹੈ। ਫਸਟ ਲਗਾਓ, ਸੈਕਿੰਡ ਲਗਾਓ, ਜਾਂ ਜੋ ਵੀ ਸੂਟੇਬਲ ਤੁਹਾਨੂੰ ਲੱਗ ਰਿਹਾ ਉਹਦੇ ਅਕੋਰਡਿੰਗਲੀ ਅਸੀਂ ਇਹਨੂੰ ਸੋਲਵ ਕਰਾਂਗੇ। ਹੁਣ ਪਹਿਲੇ ਅਸੀਂ ਇਹਦੇ 'ਤੇ ਕੀ ਕਰਦੇ ਹਾਂ, ਕਿਰਚੌਫ ਸੈਕਿੰਡ ਲਾਅ ਦੀ ਹੈਲਪ ਅਗਰ ਅਸੀਂ ਲੈਂਦੇ ਹਾਂ, ਠੀਕ ਹੈ, ਤਾਂ ਉਹਦੇ ਅਕੋਰਡਿੰਗਲੀ ਸਪੋਜ਼ ਮੈਂ ਪਹਿਲੇ ਸਰਕਿਟ ਕੰਸੀਡਰ ਕੀਤਾ ABEFA, ਕਿਹੜਾ ਕਲੋਜ਼ਡ ਸਰਕਿਟ ਅਸੀਂ ਕੰਸੀਡਰ ਕਰ ਰਹੇ ਹਾਂ, ABEFA। ਠੀਕ, ਇਹਦੇ 'ਚ ਹੁਣ ਦੇਖੋ ਸੈੱਲ ਕਿੰਨੇ ਹੈ, ਇੱਕੋ ਹੀ ਸੈੱਲ ਹੈ E1। ਪਹਿਲੇ ਅਸੀਂ ਇਕੁਏਸ਼ਨ ਲਿਖਾਂਗੇ ਫਿਰ ਸਬਸਟੀਟਿਊਟ ਕਰਾਂਗੇ ਵੈਲਿਊਜ਼। E1 ਸੈੱਲ ਹੈ, ਇਟ ਵਿਲ ਸੈਂਡ ਦੀ ਕਰੰਟ ਫਰੋਮ ਦੀ ਪੋਜ਼ਿਟਿਵ ਟਰਮੀਨਲ ਟੂ ਨੈਗੇਟਿਵ ਟਰਮੀਨਲ ਇਨ ਦਿਸ ਡਾਇਰੈਕਸ਼ਨ। ਤਾਂ ਇਹੀ ਡਾਇਰੈਕਸ਼ਨ 'ਚ ਐਰੋ ਬਣਿਆ ਹੋਇਆ ਹੈ, ਤਾਂ ਮਤਲਬ ਇਹ ਕਿਹੜੀ ਡਾਇਰੈਕਸ਼ਨ ਹੈ, ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਹੈ, ਇਸ ਤਰ੍ਹਾਂ। ਠੀਕ ਹੈ, ਤਾਂ ਅਸੀਂ E1 ਦੇ ਅੱਗੇ ਕੀ ਲਗਾ ਦਾਂਗੇ, ਪੋਜ਼ਿਟਿਵ। ਕਾਦੇ ਬਰਾਬਰ ਹੈ, ਐਲਜੈਬਰਿਕ ਸਮ ਆਫ ਪ੍ਰੋਡਕਟ ਕਾਦਾ ਲੈਣਾ ਹੈ, ਕਰੰਟ ਤੇ ਰੈਜ਼ਿਸਟੈਂਸ। ਪਹਿਲੇ ਅਸੀਂ I1 ਦੇਖ ਲੈਂਦੇ ਹਾਂ, I1 ਕਰੰਟ ਕਿਸ ਡਾਇਰੈਕਸ਼ਨ 'ਚ ਜਾ ਰਿਹਾ ਹੈ, ਐਂਟੀ ਕਲੌਕਵਾਈਜ਼ ਡਾਇਰੈਕਸ਼ਨ, ਪੋਜ਼ਿਟਿਵ I1 R1। ਠੀਕ, ਫਿਰ ਅਸੀਂ ਇਹ ਵਾਲਾ ਸਰਕਿਟ ਲਿਆ ਹੈ, ਇੱਥੇ ਕਿਹੜਾ ਕਰੰਟ ਹੈ, I1 ਪਲੱਸ I2, ਔਰ ਕਿਹੜੀ ਡਾਇਰੈਕਸ਼ਨ 'ਚ ਹੈ, ਇਸ ਤਰ੍ਹਾਂ। ਤਾਂ ਇਹ ਕਿਹੜੀ ਡਾਇਰੈਕਸ਼ਨ ਹੋ ਜਾਏਗੀ, ਅਲਟੀਮੇਟਲੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਹੀ ਹੋਏਗੀ, ਤਾਂ ਇਹ ਵੀ ਕੀ ਹੋਏਗਾ, ਪੋਜ਼ਿਟਿਵ ਹੋਏਗਾ। ਕਿਹੜੀ ਰੈਜ਼ਿਸਟੈਂਸ 'ਚੋਂ ਫਲੋ ਕਰ ਰਿਹਾ ਹੈ, R3 ਰੈਜ਼ਿਸਟੈਂਸ 'ਚੋਂ। ਇਹ ਇਕੁਏਸ਼ਨ ਬਣ ਜਾਏਗੀ ਸਾਡੀ ਫਸਟ ਇਕੁਏਸ਼ਨ। ਹੁਣ E1 ਦੀ ਵੈਲਿਊ ਸਬਸਟੀਟਿਊਟ ਕਰ ਦਿੰਦੇ ਹਾਂ 6, I1 ਕਿੰਨਾ ਹੈ ਸਾਡੇ ਕੋਲ, ਅਸੀਂ ਉਹ ਕੈਲਕੂਲੇਟ ਕਰਨਾ ਹੈ, R1 ਕਿੰਨਾ ਹੈ 2 ਪਲੱਸ I1 ਪਲੱਸ I2, ਇਸੇ ਤਰ੍ਹਾਂ R3 ਸਾਡੇ ਕੋਲ ਕਿੰਨਾ ਹੈ 5 ਹੈ। ਠੀਕ, ਹੁਣ ਅਸੀਂ ਇਹਨੂੰ ਥੋੜਾ ਸੋਲਵ ਕਰ ਲੈਂਦੇ ਹਾਂ, ਸਾਡੇ ਕੋਲ ਕਿੰਨਾ ਆਨਸਰ ਆ ਜਾਏਗਾ ਇਹਨੂੰ ਸੋਲਵ ਕਰਨ ਤੋਂ ਬਾਅਦ, ਸਾਡੇ ਕੋਲ ਆ ਜਾਏਗੀ ਇਕੁਏਸ਼ਨ 7I1 ਪਲੱਸ 5I2 ਇਕੁਅਲਸ ਟੂ 6। ਇਟ ਇਜ਼ ਫਸਟ ਇਕੁਏਸ਼ਨ। ਠੀਕ, ਹੁਣ ਅਸੀਂ ਦੂਸਰਾ ਕਲੋਜ਼ਡ ਸਰਕਿਟ ਕਿਹੜਾ ਲੈ ਕੇ ਚੱਲਦੇ ਹਾਂ, ਦੂਸਰਾ ਅਸੀਂ ਕਲੋਜ਼ਡ ਸਰਕਿਟ ਇਹ ਵਾਲਾ ਲੈ ਲੈਂਦੇ ਹਾਂ BCDEB। ਤਾਂ ਸੈਕਿੰਡ ਕਲੋਜ਼ਡ ਸਰਕਿਟ ਅਸੀਂ ਕਿਹੜਾ ਲੈ ਕੇ ਚੱਲਦੇ ਹਾਂ, ਕਲੋਜ਼ਡ ਸਰਕਿਟ BCDEB। ਠੀਕ, ਹੁਣ ਦੇਖੋ ਇਹਦੇ 'ਚ ਕਿਹੜਾ ਸੈੱਲ ਹੈ, E2 ਸੈੱਲ। ਇਟ ਵਿਲ ਸੈਂਡ ਕਰੰਟ ਇਨ ਦਿਸ ਡਾਇਰੈਕਸ਼ਨ, ਤਾਂ ਅਸੀਂ ਇਹਨੂੰ ਕੀ ਲੈ ਕੇ ਚੱਲਾਂਗੇ, ਕਿਉਂਕਿ ਦੇਖੋ ਹੁਣ ਕਿਹੜਾ ਦੇਖੋ ਕਿਹੜੀ ਟਰਮੀਨਲ ਹੈ, ਇਹ ਧਿਆਨ 'ਚ ਦੇਖਣਾ ਹੈ, ਇਹ ਪੋਜ਼ਿਟਿਵ ਟਰਮੀਨਲ ਹੈ, ਇਸ ਡਾਇਰੈਕਸ਼ਨ 'ਚ ਹੀ ਕਰੰਟ ਸੈਂਡ ਕਰੇਗਾ। ਹੁਣ ਇਹ ਕਿਹੜੀ ਡਾਇਰੈਕਸ਼ਨ ਹੈ, ਇਟ ਇਜ਼ ਆ ਕਿਹੜੀ ਡਾਇਰੈਕਸ਼ਨ ਹੈ, ਕਲੌਕਵਾਈਜ਼ ਡਾਇਰੈਕਸ਼ਨ। ਠੀਕ ਹੈ, ਕਿਉਂਕਿ ਜਿਹੜੀ ਬੈਟਰੀ ਹੈ ਉਹ ਹਮੇਸ਼ਾ ਪੋਜ਼ਿਟਿਵ ਟੂ ਨੈਗੇਟਿਵ ਹੀ ਕਰੰਟ ਸੈਂਡ ਕਰੇਗੀ। ਹੁਣ ਇੱਥੇ ਦੇਖੋ ਪੋਜ਼ਿਟਿਵ ਟੂ ਨੈਗੇਟਿਵ ਦਾ ਮਤਲਬ ਕਲੌਕਵਾਈਜ਼ ਡਾਇਰੈਕਸ਼ਨ। ਤਾਂ E2 ਦੇ ਅੱਗੇ ਅਸੀਂ ਕੀ ਲਗਾ ਦਾਂਗੇ, E2 ਦੇ ਅੱਗੇ ਅਸੀਂ ਕੀ ਲਗਾਉਣਾ ਹੈ, ਇੱਥੇ ਮਾਈਨਸ ਲਗਾ ਦਾਂਗੇ। ਠੀਕ ਹੈ, E2 ਦੇ ਅੱਗੇ ਕੀ ਆ ਜਾਏਗਾ, ਮਾਈਨਸ ਆ ਜਾਏਗਾ, ਔਰ ਉਹ ਕਾਦੇ ਬਰਾਬਰ ਅਸੀਂ ਲੈ ਕੇ ਚੱਲਾਂਗੇ। ਹੁਣ ਦੇਖੋ ਕਰੰਟਸ ਤੇ ਚੈੱਕ ਕਰ ਲੈਂਦੇ ਹਾਂ, I2 ਕਰੰਟ ਇਜ਼ ਇਨ ਵੋਟ ਡਾਇਰੈਕਸ਼ਨ, ਇਟ ਇਜ਼ ਕਲੌਕਵਾਈਜ਼ ਡਾਇਰੈਕਸ਼ਨ, ਮਾਈਨਸ I2 ਆ ਜਾਏਗਾ, ਕਿਹੜੀ
ਰੈਜ਼ਿਸਟੈਂਸ ਚੋਂ ਫਲੋ ਕਰ ਰਿਹਾ ਹੈ R2 ਰੈਜ਼ਿਸਟੈਂਸ ਚੋਂ। ਫਿਰ ਅਸੀਂ I1 ਪਲੱਸ I2 ਦੀ ਗੱਲ ਕਰਦੇ ਹਾਂ, ਇਟ ਇਜ਼ ਆਲਸੋ ਇਨ ਕਲॉकਵਾਈਜ਼ ਡਾਇਰੈਕਸ਼ਨ, ਇਸ ਤਰ੍ਹਾਂ ਹੈ। ਤਾਂ ਇਹਦੇ ਅੱਗੇ ਵੀ ਕੀ ਆ ਜਾਏਗਾ, ਮਾਈਨਸ I1 ਪਲੱਸ I2 ਕਿਹੜੀ ਰੈਜ਼ਿਸਟੈਂਸ ਦੇ ਵਿੱਚੋਂ ਫਲੋ ਕਰ ਰਿਹਾ ਹੈ, R3 ਰੈਜ਼ਿਸਟੈਂਸ ਦੇ ਵਿੱਚੋਂ। ਹੁਣ ਅਸੀਂ ਸਾਰਿਆਂ ਚੋਂ ਮਾਈਨਸ ਕਾਮਨ ਲੈ ਲਈਏ ਕਿਉਂਕਿ ਦੋਨੋਂ ਡਾਇਰੈਕਸ਼ਨਸ 'ਚ ਮਾਈਨਸ ਹੀ ਹੈ, ਲੈਫਟ ਵੀ ਹੈ ਰਾਈਟ ਵੀ ਹੈ। ਤਾਂ ਸਾਡੇ ਕੋਲ ਇਕੁਏਸ਼ਨ ਇਸ ਤਰ੍ਹਾਂ ਬਣ ਜਾਏਗੀ I1 ਪਲੱਸ I2 R3। ਠੀਕ, ਹੁਣ ਇੱਥੇ ਵੈਲਿਊ ਸਬਸਟੀਟਿਊਟ ਕਰਦੇ ਹਾਂ। E2 ਦੀ ਜਗ੍ਹਾ 'ਤੇ ਕੀ ਪੁੱਟ ਕਰਾਂਗੇ ਅਸੀਂ 4, R2 ਦੀ ਜਗ੍ਹਾ 'ਤੇ ਕੀ ਆਏਗਾ 3, I1 ਪਲੱਸ I2 ਇਸੇ ਤਰ੍ਹਾਂ, R3 ਦੇ ਜਗ੍ਹਾ 'ਤੇ ਕੀ ਆ ਜਾਏਗਾ 6 ਆ ਜਾਏਗਾ। ਇਹਨੂੰ ਸੋਲਵ ਕਰਨ ਤੋਂ ਬਾਅਦ ਸਾਡੀ ਇਕੁਏਸ਼ਨ ਬਣ ਜਾਏਗੀ 5I1 ਪਲੱਸ 8I2 ਇਜ਼ ਇਕੁਅਲਸ ਟੂ 4। ਤਾਂ ਇਹ ਸਾਡੇ ਕੋਲ ਦੋ ਇਕੁਏਸ਼ਨਸ ਬਣ ਗਈਆਂ। ਜਿਸ ਤਰ੍ਹਾਂ ਤੁਸੀਂ ਮੈਥਸ 'ਚ ਐਕਸ ਵਾਈ ਦੀ ਫਾਰਮ 'ਚ ਇਕੁਏਸ਼ਨਸ ਲਿਖਦੇ ਹੋ, ਮੰਨ ਲਓ ਤੁਹਾਡੇ ਕੋਲ ਹੈ x ਪਲੱਸ 3y ਇਜ਼ ਇਕੁਅਲ ਟੂ 2, 2x ਪਲੱਸ y ਇਜ਼ ਇਕੁਅਲ ਟੂ 6, ਯੂ ਕੈਨ ਸੋਲਵ ਇਟ। ਠੀਕ ਹੈ, ਐਂਡ ਯੂ ਕੈਨ ਫਾਈਂਡ ਆਊਟ ਦੀ ਵੈਲਿਊਜ਼ ਆਫ x ਐਂਡ y। ਠੀਕ, ਜਾਂ ਤਾਂ ਐਲੀਮੀਨੇਟ ਕਰ ਦਿਓ ਇੱਕ ਨੂੰ, ਜਾਂ ਫਿਰ ਅਸੀਂ ਇਹਦੇ 'ਚ ਕੀ ਕਰ ਸਕਦੇ ਹਾਂ ਕਿ ਸਾਡੇ ਕੋਲ ਕੀ ਹੈ, ਇਹਨਾਂ ਨੂੰ ਇੱਕ ਅਗਰ ਇਹਦੇ ਨਾਲ 2 ਹੈ ਤਾਂ ਇੱਕ ਨੂੰ ਐਲੀਮੀਨੇਸ਼ਨ ਮੈਥਡ ਦੇ ਨਾਲ ਸੋਲਵ ਕਰ ਦਿਓ, ਜਾਂ ਫਿਰ 2 3 1 2 ਵਾਲਾ ਮੈਥਡ ਵੀ ਹੋਏਗਾ, ਜੋ ਵੀ ਤੁਹਾਨੂੰ ਈਜ਼ੀ ਲੱਗਦਾ ਹੈ। ਸਬਸਟੀਟਿਊਸ਼ਨ ਮੈਥਡ ਵੀ ਹੁੰਦਾ ਹੈ। ਤਾਂ ਜੋ ਮੈਥਸ 'ਚ ਤੁਸੀਂ ਯੂਜ਼ ਕਰਦੇ ਹੋ ਉਹਦੇ ਅਕੋਰਡਿੰਗਲੀ ਅਸੀਂ ਇਹਨੂੰ ਸੋਲਵ ਕਰਦੇ ਹਾਂ। ਜ਼ਿਆਦਾਤਰ ਅਸੀਂ ਐਲੀਮੀਨੇਸ਼ਨ ਮੈਥਡ ਹੀ ਸੋਲਵ ਕਰਨ ਦੇ ਲਈ ਯੂਜ਼ ਕਰਦੇ ਹਾਂ। ਕੀ ਕਰੋਗੇ, ਇਹਨੂੰ ਵੀ ਮੈਂ 5 ਨਾਲ ਮਲਟੀਪਲਾਈ ਕਰ ਦਿੱਤਾ, ਇਹਨੂੰ ਮੈਂ 7 ਨਾਲ ਮਲਟੀਪਲਾਈ ਕਰ ਦਿੱਤਾ, ਇਹਨਾਂ ਦੋਨਾਂ ਇਕੁਏਸ਼ਨਸ ਨੂੰ। ਤਾਂ ਸਾਡੇ ਕੋਲ ਇਕੁਏਸ਼ਨਸ ਕੀ ਬਣ ਕੇ ਆ ਜਾਣਗੀਆਂ, ਇੱਕ ਇਕੁਏਸ਼ਨ ਸਾਡੇ ਕੋਲ ਬਣ ਜਾਏਗੀ 35I1 ਪਲੱਸ 25I2 ਇਜ਼ ਇਕੁਅਲਸ ਟੂ 30। ਦੂਸਰੀ ਇਕੁਏਸ਼ਨ ਬਣ ਜਾਏਗੀ 35I1 ਪਲੱਸ 56I2 ਇਜ਼ ਇਕੁਅਲਸ ਟੂ 28। ਹੁਣ ਇਹਨਾਂ ਨੂੰ ਸਬਟਰੈਕਟ ਕਰ ਦਾਂਗੇ ਅਸੀਂ, ਤਾਂ ਕੀ ਆਨਸਰ ਆ ਜਾਏਗਾ, ਇਹਨੂੰ ਸੋਲਵ ਕਰਨ ਤੋਂ ਬਾਅਦ ਇੱਥੇ ਆਏਗਾ -31I2 ਇਜ਼ ਇਕੁਅਲਸ ਟੂ, ਇੱਥੇ ਆ ਜਾਏਗਾ 2। ਠੀਕ, ਤਾਂ I2 ਦੀ ਵੈਲਿਊ ਸਾਡੇ ਕੋਲ ਕਿੰਨੀ ਆ ਜਾਏਗੀ -2/31। ਠੀਕ, ਇਹ I2 ਦੀ ਵੈਲਿਊ ਹੈ। ਇਹਨੂੰ ਅਸੀਂ ਇਹਨਾਂ ਦੋਨਾਂ ਇਕੁਏਸ਼ਨਸ 'ਚੋਂ ਕਿਸੇ ਇੱਕ ਇਕੁਏਸ਼ਨ 'ਚ ਸਬਸਟੀਟਿਊਟ ਕਰਾਂਗੇ ਐਂਡ ਯੂ ਕੈਨ ਫਾਈਂਡ ਆਊਟ ਦੀ ਵੈਲਿਊ ਆਫ I1। ਠੀਕ, ਔਰ I1 ਇੱਥੋਂ ਸਾਡੇ ਕੋਲ ਕੈਲਕੂਲੇਟ ਹੋ ਕੇ ਕਿੰਨਾ ਆਏਗਾ, ਉਹ ਮੈਂ ਵੈਲਿਊ ਜ਼ਰੂਰ ਲਿਖ ਦਾਂਗੀ, ਪਰ ਇਹ ਤੁਸੀਂ ਕੈਲਕੂਲੇਟ ਖੁਦ ਕਰ ਸਕਦੇ ਹੋ 28/31। ਔਰ ਇੱਕ ਗੱਲ ਹੋਰ, ਕਿਸੇ ਵੀ ਨੂਮੈਰੀਕਲ 'ਚ ਹਮੇਸ਼ਾ ਕੋਈ ਵੀ ਫਿਜ਼ੀਕਲ ਕੁਆਂਟਿਟੀ ਜੋ ਵੀ ਕੈਲਕੂਲੇਟ ਕਰ ਰਹੇ ਹੋ, ਅਗਰ ਤੁਸੀਂ ਯੂਨਿਟਸ ਨਹੀਂ ਲਿਖਦੇ ਤਾਂ ਉਹ ਨੂਮੈਰੀਕਲ 'ਚੋਂ ਆਪਣੇ ਆਪ ਤੁਹਾਡਾ ਹਾਫ ਮਾਰਕਸ ਡਿਡਕਟ ਹੋਏਗਾ, ਜਾਂ ਅਕੋਰਡਿੰਗਲੀ ਜੋ ਵੀ ਐਗਜ਼ਾਮੀਨਰ ਉਹਨੂੰ ਡਿਸਾਈਡ ਆਊਟ ਕਰੇਗਾ। ਤਾਂ ਯੂਨਿਟ ਹਮੇਸ਼ਾ ਨਾਲ ਲਿਖੋ ਜੋ ਵੀ ਫਿਜ਼ੀਕਲ ਕੁਆਂਟਿਟੀ ਹੈ। ਇੱਥੇ ਕਰੰਟ ਹੈ ਤਾਂ ਅਸੀਂ ਕੀ ਲੈ ਕੇ ਚੱਲ ਰਹੇ ਹਾਂ, ਐਂਪੀਅਰ ਏ। ਇਸੇ ਤਰ੍ਹਾਂ ਹੁਣ ਸਾਡਾ ਜੋ ਸੈਕਿੰਡ ਨੂਮੈਰੀਕਲ ਹੈ, ਇਹਦੇ 'ਚ ਸਾਨੂੰ ਸਟੇਟਮੈਂਟ ਗਿਵਨ ਹੈ, ਪਰ ਸਾਨੂੰ ਕੋਈ ਵੀ ਇੱਥੇ ਡਾਇਗਰਾਮ ਜੋ ਹੈ ਉਹ ਗਿਵਨ ਨਹੀਂ ਹੈ। ਇਹਦੇ 'ਚ ਅਸੀਂ ਡਾਇਗਰਾਮ ਵੀ ਖੁਦ ਬਣਾਉਣੀ ਹੈ ਔਰ ਆਨਸਰਸ ਵੀ ਫਾਈਂਡ ਆਊਟ ਕਰਨੇ ਹੈ। ਤਾਂ ਹੁਣ ਸਾਡੇ ਕੋਲ ਕੀ ਹੈ, ਇਹਦੇ 'ਚ 2 ਸੈਲਸ ਹੈ, ਇੱਕ ਦੀ EMF 1.5 ਵੋਲਟ ਹੈ, ਸੈਕਿੰਡ ਦੀ ਹੈ 2.0। ਹੈਵਿੰਗ ਇੰਟਰਨਲ ਰੈਜ਼ਿਸਟੈਂसेस 1 ओम एंड 2 ओम आर कनेक्टेड इन पैरेलल 'ਚ दो सेल्स कनेक्टेड है। ठीक, और सो एज टू सेंड दी करंट इन दी सेम डायरेक्शन। ਇੱਥੇ ਸਾਨੂੰ ਕੀ ਕਲਿਊ ਮਿਲਿਆ ਹੈ ਕਿ ਦੋਨਾਂ ਨੇ ਕਰੰਟ ਕਿਹੜੀ ਡਾਇਰੈਕਸ਼ਨ 'ਚ ਫਲੋ ਕਰਵਾਉਣਾ ਹੈ, ਸੇਮ ਡਾਇਰੈਕਸ਼ਨ। ਤਾਂ ਅਸੀਂ ਕਿਸ ਤਰ੍ਹਾਂ ਵੀ ਮੰਨ ਲਓ ਲਗਾ ਦਿੱਤੇ ਸੈਲਸ, ਪਰ ਦੋਨੋਂ ਸੈਲਸ ਜਿਹੜੇ ਹੈ ਅਸੀਂ ਕੀ ਦੇਖਾਂਗੇ, ਅਗਰ ਇੱਕ ਸੈੱਲ ਦਾ ਪੋਜ਼ਿਟਿਵ ਟਰਮੀਨਲ ਮੈਂ ਇੱਧਰ ਬਣਾਇਆ ਤਾਂ ਦੂਸਰੇ ਦਾ ਵੀ ਇੱਥੇ ਹੀ ਬਣਾਵਾਂਗੇ, ਕਿਉਂਕਿ ਸਾਨੂੰ ਇੱਕ ਚੀਜ਼ ਉਹਨਾਂ ਨੇ ਕਲੀਅਰ ਕਰ ਦਿੱਤੀ ਕੁਐਸਚਨ 'ਚ ਕਿ ਸੇਮ ਡਾਇਰੈਕਸ਼ਨ 'ਚ ਕਰੰਟ ਹੋਏਗਾ। ਅਗਰ ਇੱਥੇ ਮੈਂ ਪੋਜ਼ਿਟਿਵ ਲਿਆ ਤਾਂ ਦੂਸਰੇ ਸੈੱਲ ਨੂੰ ਵੀ ਇਸੇ ਤਰ੍ਹਾਂ ਕਰਨਾ ਹੈ। ਔਰ ਇੱਕ ਚੀਜ਼ ਹੋਰ ਸਾਨੂੰ ਗਿਵਨ ਹੈ ਕਿ ਪੈਰਲਰ 'ਚ ਕਨੈਕਟਿਡ ਹੈ, ਪੈਰਲਰ 'ਚ ਸਾਨੂੰ ਕਨੈਕਟ ਕਰਨੇ ਆਉਂਦੇ ਹੈ, ਅਸੀਂ ਇਹਨਾਂ ਨੂੰ ਕਨੈਕਟ ਕਰ ਦਿੱਤਾ। ਠੀਕ ਹੈ, ਇਸ ਤਰ੍ਹਾਂ। ਇਸ ਤੋਂ ਬਾਅਦ ਕੀ ਹੈ ਸਾਡੇ ਕੋਲ, ਹੋਰ ਕੀ ਚੀਜ਼ਾਂ ਗਿਵਨ ਹੈ, ਫਿਰ ਕੀ ਕਹਿ ਰਿਹਾ, ਇਹੀ ਕਰੰਟ ਜਿਹੜਾ ਹੈ ਕਿੱਥੋਂ ਫਲੋ ਕਰ ਰਿਹਾ, ਥਰੂ ਐਨ ਐਕਸਟਰਨਲ ਰੈਜ਼ਿਸਟੈਂਸ। ਹੁਣ ਇਹ ਸਾਰੀਆਂ ਚੀਜ਼ਾਂ ਕੀ ਹੈ, ਪੈਰਲਰ 'ਚ ਕਨੈਕਟਿਡ ਹੈ, 2 ਸੈਲਸ ਹੈ ਔਰ ਇੱਕ ਐਕਸਟਰਨਲ ਰੈਜ਼ਿਸਟੈਂਸ ਹੈ, ਤਾਂ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਕਨੈਕਟ ਕਰ ਦਿੱਤਾ। ਠੀਕ ਹੈ ਜੀ, और ये जो सेल्स है, सपोज एक का नाम है E1 और एक का नाम है E2 और रेजिस्टेंस एक्सटर्नल है R, राइट। और असी की कह दिंने आ, इन्हां दी इंटरनल रेजिस्टेंस नूं भी असी इत्थे बनाना है, इट इज़ R1 एंड इट्स R2, राइट। और करंट किस डायरेक्शन च जाने हैं, फ्रॉम पॉजिटिव टर्मिनल टू नेगेटिव टर्मिनल। E1 सैल सपोज कितना करंट फ्लो कर रहा है I1, E2 सैल कितना करंट फ्लो कर रहा है I2 थ्रू दी सर्किट, और ये सर्किट जो I1 करंट नीचे गया
I2 करंट इत्थों जाएगा और टोटल इत्थे कितना करंट हो गया I1 प्लस I2 करंट। ठीक है जी, ये चीज़ हो गई साडे कोल। और सर्किट का कुछ नाम रख दिंने आ ABCDEF इस तरह। ठीक, ये हो गया जो असी सर्किट खुद बनाया। तो ज़रूरी नहीं है कि हमेशा तुहानू डायग्राम या सर्किट गिवन होएगा, जो भी तुहानू इन्फॉर्मेशन प्रोवाइडेड है उन्होंने देख के असी खुद भी डायग्राम प्लॉट कर सकते हैं। ठीक, हुण की करना है, सर्किट पहला तो ड्रॉ हो गया, यस फर्स्ट असी कर लिया होया है। सेकेंडली कह रहे हैं यूजिंग किरचॉफ लॉ कैलकुलेट करंट थ्रू ईच ब्रांच ऑफ द सर्किट एंड पोटेंशियल अक्रॉस एक्सटर्नल रेजिस्टेंस 5 ओम। एक तो पोटेंशियल कैलकुलेट करना है कितना है, दूसरी गल असी की इत्थे कैलकुलेट करनी है कि कितना करंट जिहड़ा है सर्किट से फ्लो कर रहा है, मतलब I1 एंड I2 जो है असी इत्थे कैलकुलेट करने हैं। ठीक है जी, हुण इहदे च असी की करते हैं, सब तो पहला असी क्लोज्ड सर्किट देखते हैं किहड़े किहड़े क्लोज्ड सर्किट्स असी इहदे अंदर लैके चलने हैं, तो उहदे अकॉर्डिंगली असी इहनूं सॉल्व कर लांगे। सपोज पहले असी क्लोज्ड सर्किट लैके चल रहे हैं ABDEA, या ये ज़रूरी नहीं है कि यही लैके चलना है, तुसी अपनी मर्जी नाल कोई भी क्लोज्ड सर्किट कंसिडर करो। सपोज असी इत्थे ए वाला कंसिडर कर लिया, पहले मैं ए वाला कंसिडर कर लिया, फिर मैं ए वाला कंसिडर कर लिया। ठीक है, कोई भी सर्किट असी कंसिडर करके इनू सॉल्व कर सकते हैं, राइट। सपोज मैं कोई भी कंसिडर कर लैनी है इत्थे क्लोज्ड सर्किट ABCF, ए सपोज असी कंसिडर कर लिया। ठीक है, क्लोज्ड सर्किट ABCF A। ठीक, ए वाला सर्किट कंसिडर किया दस ABCF A। हुण इहदे च देखते हैं ज़रा, ए वाली EMF इस डायरेक्शन च करंट सेंड कर रही है, दिस इज़ एंटी क्लॉकवाइज एंड इट इज़ टेकन एज पॉजिटिव E1। ठीक, और ए वाली EMF इस डायरेक्शन च जा रही है, करंट नू सेंड कर रही है, इट इज़ टेकन एज नेगेटिव क्योंकि क्लॉकवाइज डायरेक्शन च है, तो माइनस E2 आ जाएगा इज इक्वल्स टू। हुण देखो ज़रा करंट I1 करंट जिहड़ा है किहड़ी डायरेक्शन च है, एंटी क्लॉकवाइज डायरेक्शन च है। ठीक, तो असी की लिख देंगे I1 R1। ठीक, और I2 करंट इज़ इन क्लॉकवाइज डायरेक्शन, तो की आ जाएगा प्लस मतलब इत्थे की आ जाएगा माइनस आ जाएगा माइनस I2 R2। ठीक, एक तो ये इक्वेशन बन गई। हुण असी E1 E2 जो भी सानू गिवन है वो चीज़ां असी इत्थे सबस्टिट्यूट कर दिंदे आ। EMF सपोज E1 नू 1.5 कंसिडर किया, E2 नू 2.0। ठीक, इत्थे असी लिख लैंदे आ इन्फॉर्मेशन जो गिवन है। E1 है साडे कोल E1 की वैल्यू है 1.5 वोल्ट, E2 की वैल्यू है 2.0 वोल्ट। ठीक, और रेजिस्टेंस R1 इज़ 1 ओम, R2 इज़ 2 ओम, ये गिवन है साडे कोल। तो असी ये चीज़ां इत्थे पुट कर लैंदे आ, 1.5 माइनस इत्थे की आ जाएगा 2.0 इज इक्वल्स टू I1 असी कढ़ना है, R1 रेजिस्टेंस 1 है, माइनस साडे कोल इत्थे कितना आ जाएगा 2I2। एक तो ये इक्वेशन हो जाएगी, इनू असी की कर लांगे सॉल्व करते हैं। ठीक, एक साडे कोल की होएगा सेकेंड सर्किट सपोज असी कंसिडर करते हैं, सेकेंड सर्किट है साडे कोल क्लोज्ड CFEDC। ठीक, ਇਹਦੇ 'ਚ ਅਸੀਂ ਕੀ ਕਰਦੇ ਹਾਂ, ਸਪੋਜ਼ ਸਾਡੇ ਕੋਲ ਜੋ E2 ਸੈੱਲ ਹੈ ਇਹ ਕਿਹੜੀ ਡਾਇਰੈਕਸ਼ਨ 'ਚ ਸੈਂਡ ਕਰ ਰਿਹਾ ਹੈ ਕਰੰਟ, ਦਿਸ ਇਜ਼ एंटी क्लॉकवाइज डायरेक्शन, तो असी एंटी क्लॉक